ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਹੈ, ਜੋ 1539 ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਉੱਤੇ ਇਹ ਬਖਸ਼ਾਂ ਹੋਈਆਂ। ਔਰ ਦੁਨੀਆ 'ਤੇ ਇਹ ਪਹਿਲਾ ਇਤਿਹਾਸ ਵਾ ਕਿ ਕਿਸੇ ਗੁਰੂ ਨੇ ਕਿਸੇ ਚੇਲੇ ਨੂੰ ਮੱਥਾ ਟੇਕਿਆ ਹੋਵੇ। ਇਹ ਪਹਿਲਾ ਇਤਿਹਾਸ। ਹਾਲਾਂਕਿ ਚੇਲੇ ਹੀ ਮੱਥਾ ਟੇਕਦੇ ਆਏ ਨੇ, ਪਰ ਇਹ ਦੁਨੀਆ ਦਾ ਪਹਿਲਾ ਇਤਿਹਾਸ ਆ ਜਿਹਦੇ ਬਾਰੇ ਸੱਤੇ ਅਤੇ ਬਲਵੰਡ ਜੀ ਨੇ, ਜੋ ਗੁਰੂ ਘਰ ਕੇ ਰਬਾਬੀ ਸਨ, ਉਹਨਾਂ ਨੇ ਲਿਖਿਆ। ਕਹਿੰਦੇ ਗੁਰ ਚੇਲੇ ਰਹਿ ਰਾਸ ਕੀ, ਗੁਰੂ ਨੇ ਚੇਲੇ ਨੂੰ ਰਹਿ ਰਾਸ ਕਰੀ। ਰਹਿ ਰਾਸ ਮਾਣੇ ਮੱਥਾ ਟੇਕਣਾ। ਜਿੱਦਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਸਿੱਧ ਸਭਾ ਕਰ ਆਸਨ ਬੈਠੇ, ਸੰਤ ਸਭਾ ਜੈਕਾਰੋ ਤਿਸ ਆਗੇ ਰਹਿ ਰਾਸ ਹਮਾਰੀ। ਇਹ ਧਾਰਮਿਕ ਸ਼ਬਦ ਆ, ਰਹਿ ਰਾਸ, ਨਿਮ ਜਾਣਾ, ਮੱਥਾ ਟੇਕ ਦੇਣਾ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਮ ਦੇ, ਸਹਿ ਟਿੱਕਾ ਦਿੱਤੋ ਸਜੀਵ ਦੇ। ਉਹਨਾਂ ਨੇ ਇੱਕ ਹੋਰ ਗੱਲ ਬੜੀ ਪਤੇ ਦੀ ਲਿਖੀ ਹੁੰਦੀ, ਕਹਿੰਦੇ ਨਾਨਕ ਰਾਜ ਚਲਾਇਆ। ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਧਰਮ ਦਾ, ਤੇ ਸੱਚ ਕੋਟ ਸਤਾਣੀ ਨੀਮ ਦੇ। ਇਹਦੀ ਨੀਂਹ ਬੜੀ ਪੱਕੀ ਰੱਖੀ, ਜਿਹੜੀ ਬਾਬਾ ਨਾਨਕ ਜੀ ਨੇ ਰਾਜ ਚਲਾਇਆ ਨਾ ਧਰਮ ਦਾ, ਤੇ ਉਹਦੀ ਨੀਂਹ ਬੜੀ ਪੱਕੀ ਰੱਖੀ ਆ। ਨੀਂਹ ਕਿਹੜੀ ਸੀ ਕਿ ਭਾਈ ਗੁਰਦਾਸ ਜੀ ਉਹਨਾਂ ਨੇ ਇਹਦਾ ਜ਼ਿਕਰ ਕੀਤਾ। ਉਹ ਕਹਿੰਦੇ ਨੇ ਚੜ੍ਹੇ ਸਵਾਈ ਦੇ ਦਹੀ ਦੇ ਦਿਹੀ, ਕਲਯੁਗ ਨਾਨਕ ਨਾਮ ਧਿਆਇਆ। ਗੁਰੂ ਨਾਨਕ ਸਾਹਿਬ ਨੇ ਇਹ ਜਿਹੜਾ ਧਰਮ ਦਾ ਰਾਜ ਚਲਾਇਆ, ਇਹਦੀ ਨੀਂਹ ਰੱਬ ਦੇ ਨਾਂ ਰੱਖਿਆ ਹੈ, ਰੱਬ ਦੇ ਨਾਂ 'ਤੇ ਰੱਖੀ ਹੈ। ਨਾਨਕ ਰਾਜ ਚਲਾਇਆ ਤੇ ਕਲਯੁਗ ਨਾਨਕ ਨਾਮ ਧਿਆਇਆ। ਇਹਨੇ ਆਖਿਆ ਇਹਦੀ ਨੀਂਹ ਜਿਹੜੀ ਹੈ ਸਿੱਖ ਧਰਮ ਦੀ, ਉਹ ਨਾਮ ਆ। ਤੇ ਭੱਟਾਂ ਸੱਤੇ ਬਲਵੰਡ ਜੀ ਇੱਕ ਹੋਰ ਗੱਲ ਲਿਖਦੇ ਨੇ। ਉਹ ਕਹਿੰਦੇ ਨੇ ਮਤ ਗੁਰ ਆਤਮ ਦੇਵ ਦੀ, ਮਤ ਕਹਿੰਦੇ ਫਲਾਣੇ ਬੰਦੇ ਤੇ ਮਤ ਹੀ ਨਹੀਂ, ਅਕਲ ਨਹੀਂ ਹੈ, ਸਮਝ ਨਹੀਂ ਹੈ, ਤੇ ਫਲਾਣਾ ਬੰਦਾ ਬੜਾ ਸਮਝਦਾਰ ਆ, ਬੜਾ ਗੁਣੀ ਗਿਆਨੀ ਹੈ। ਤੇ ਬਲਵੰਡ ਜੀ ਲਿਖਦੇ ਨੇ, ਕਹਿੰਦੇ ਮਤ ਗੁਰ ਆਤਮ ਦੇਵ ਦੀ, ਖੜਗ ਜੋਰ। ਗੁਰੂ ਦੀ ਮਤ ਜਿਹੜੀ ਉਹ ਖੜਗ ਵਾ, ਤੇਗਾ ਵਾ, ਤੇ ਤੇਗਾ ਬੜੇ ਜ਼ੋਰ ਵਾਲਾ ਵਾ। ਉਹ ਤੇ ਸਾਡੇ ਕੋਲ ਤੇਗਾ ਨਹੀਂ ਰਿਹਾ ਮੱਤ ਵਾਲਾ, ਤੇ ਹੁਣ ਲੋਹੇ ਦੇ ਤੇਗੇ ਅਸੀਂ ਚੁੱਕੀ ਫਿਰਦੇ ਹਾਂ। ਤੇ ਜਿਹੜਾ ਗੁਰੂ ਨਾਨਕ ਸਾਹਿਬ ਕੋ ਤੇਗਾ ਸੀ ਨਾ, ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ, ਉਸ ਖੜਗ ਦੇ ਵਿੱਚ ਬੜਾ ਜ਼ੋਰ ਸੀ। ਉਹ ਮੱਕੇ 'ਤੇ ਚੱਲੀ, ਮੱਕਾ ਹੀ ਟੱਠ ਗਿਆ। ਉਹ ਹਰਿਦੁਆਰ ਚੱਲੀ, ਹਰਿਦੁਆਰ ਹੀ ਹੋ ਗਿਆ। ਉਹ ਜੋਗੀਆਂ ਦੇ ਸਥਾਨ 'ਤੇ ਬਾਬੇ ਨੇ ਉਹ ਖੜਗ ਚਲਾਈ, ਤੇ ਗੋਰਖ ਮੱਤਾ ਨਾਨਕ ਮੱਤਾ ਹੋ ਗਿਆ। ਤੇ ਉਹਨਾਂ ਨੇ ਕਿਹਾ ਖੜਗ ਜ਼ੋਰ ਪਰਾਉ ਕੋਈ ਜੀਮ ਦੇ। ਜਿਹੜੀਆਂ ਸਾਡੇ ਕੋਲ ਤੇਗਾਂ ਨੇ, ਇਹ ਕੇਵਲ ਕਤਲ ਕਰ ਸਕਦੀਆਂ ਨੇ, ਇਹ ਜੀਵਨ ਨਹੀਂ ਦੇ ਸਕਦੀਆਂ। ਜਿਹੜੇ ਬੰਦੇ ਤੇਗਾਂ ਚੁੱਕੀ ਫਿਰਦੇ ਨੇ ਨਾ, ਇਹਨਾਂ ਨਾਲ ਕੇਵਲ ਕਤਲ ਹੋ ਸਕਦਾ ਹੈ। ਕਿਸੇ ਨੂੰ ਜਿਬਾ ਕੀਤਾ ਜਾ ਸਕਦਾ, ਮਾਰਿਆ ਜਾ ਸਕਦਾ ਹੈ। ਜਿਹੜੀ ਗੁਰੂ ਨਾਨਕ ਦੇ ਕੋਲ ਮੱਤ ਦੀ ਖੜਗ ਸੀ, ਉਹ ਇੱਕ ਪਾਸੇ ਕਤਲ ਕਰ ਦਿੰਦੀ ਸੀ, ਦੂਸਰੇ ਪਾਸੇ ਜੀਵਨ ਦੇ ਦਿੰਦੀ ਸੀ। ਉਹਦੇ ਦੋ ਪਹਿਲੂ ਸਨ। ਖੜਗ ਜ਼ੋਰ ਪਰਾਉ ਕੋਈ ਜੀਵਨ ਦੇ, ਉਹ ਜੀਵਨ ਵੀ ਦਿੰਦੀ ਸੀ। ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਾਂ ਗੱਲ ਲੰਮੀ ਨਾ ਹੋ ਜੇ,
ਭਾਈ ਗੁਰਦਾਸ ਜੀ ਉਹਨਾਂ ਨੇ ਇੱਕ ਗੱਲ ਲਿਖੀ ਹੈ, ਕਹਿੰਦੇ ਜਾਰਤ ਕਰ ਮੁਲਤਾਨ ਦੀ, ਇਹ ਜਾਰਤ ਮਨੇ ਯਾਤਰਾ, ਇਹ ਮੁਲਤਾਨ ਸ਼ਬਦ ਭਾਈ ਗੁਰਦਾਸ ਜੀ ਉਹਨਾਂ ਨੇ 3 ਵਾਰੀ ਲਿਖਿਆ। ਮੇਲਾ ਛੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਤੇ ਇਥੋਂ ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ। ਕਰਤਾਰਪੁਰ ਤੋਂ ਅਚਲ ਸਾਹਿਬ ਆਏ, ਤੇ ਅਚਲ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਸਿੱਧੇ ਮੁਲਤਾਨ ਨੂੰ ਤੁਰ ਗਏ। ਅੱਗੋਂ ਪੀਰ ਮੁਲਤਾਨ ਦੇ, ਇਹ 2 ਵਾਰੀ ਸ਼ਬਦ ਆ ਗਿਆ। ਜਾਰਤ ਕਰ ਮੁਲਤਾਨ ਦੀ, ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜਾਰਤ ਜਾਈ। ਅੱਗੋਂ ਪੀਰ ਮੁਲਤਾਨ ਦੇ, ਦੁੱਧ ਕਟੋਰਾ ਭਰ ਲੈ ਆਈ। ਬਾਬੇ ਨੂੰ ਲੋਕਾਂ ਨੇ ਬੋਲ ਕੇ ਵੀ ਸਵਾਲ ਕੀਤੇ ਤੇ ਇਸ਼ਾਰਿਆਂ ਨਾਲ ਵੀ ਕੀਤੇ। ਬਾਬੇ ਨੇ ਆਖਿਆ ਜਿੱਦਾਂ ਮਰਜ਼ੀ ਆ ਜਾਓ, ਮੈਂ ਫੇਰ ਕਹਿ ਦਿਆਂ ਮੱਤ ਗੁਰ ਆਤਮਦੇਵ ਦੀ, ਗੁਰੂ ਦੀ ਮੱਤ ਵਿੱਚ ਬੜਾ ਹੀ ਬਲ ਵਾ, ਬੜਾ ਹੀ ਬਲ ਵਾ। ਤੇ ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਪਹਿਲੋਂ ਕਰਤਾਰਪੁਰਾ ਵਸ ਚੁੱਕਾ ਹੈ, ਤੇ ਉੱਥੇ ਸ਼੍ਰੀ ਲਹਿਣਾ ਜੀ ਤੇ ਬਾਬਾ ਬੁੱਢਾ ਜੀ ਹੋਰ ਸਿੱਖ ਸੰਗਤਾਂ, ਜਿਹੜਾ ਨਾਨਕ ਰਾਜ ਚਲਾਇਆ ਉਹਦੀ ਆਧਾਰਸ਼ਿਲਾ ਸੀ ਰੱਬ ਦਾ ਨਾਂ। ਤੇ ਉਹ ਸੋਦਰ ਆਰਤੀ ਗਾਵੀਏ ਅੰਮ੍ਰਿਤ ਵੇਲੇ ਜਾਪ ਉਚਾਰਾ, ਇਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹੋ ਰਿਹਾ ਹੈ। ਤੇ ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਫਿਰ ਬਾਬਾ ਜੀ ਉੱਥੇ ਆ ਗਏ ਕਰਤਾਰਪੁਰੇ। ਤੇ ਚੜੇ ਸਵਾਈ ਦੇ ਦਹੀ, ਦਿਨੋਂ ਦਿਨ ਨਾਨਕ ਦੇ ਨਾਮ ਦਾ ਡੰਕਾ ਵੱਜ ਰਿਹਾ ਹੈ। ਦਿਨੋਂ ਦਿਨ ਇਹ ਪੰਥ ਚੜ੍ਹਦੀ ਕਲਾ 'ਚ ਜਾ ਰਿਹਾ ਹੈ। ਪਰ ਮੁੜ ਕੇ ਲਹਿੰਦੀ ਕਲਾ 'ਚ ਵੀ ਬੜਾ ਗਿਆ, ਮੈਂ ਇੱਧਰ ਨਹੀਂ ਜਾਣਾ ਚਾਹੁੰਦਾ। ਅੱਜ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦਿੱਤਾ ਵੀ ਅੱਜ ਸਿੱਖ ਜਿਹੜੇ ਨੇ ਇਹ ਗੁਰੂ ਦੀ ਗੋਲਕਾਂ 'ਤੇ ਕਬਜ਼ਾ ਕਰਨ ਵਾਸਤੇ ਸਿਰ ਭਾਰ ਹੋਏ ਨੇ, ਤੇ ਗੁਰੂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਸਤੇ ਸੰਪਰਦਾਈ ਬੰਦੂਕਾਂ ਚੁੱਕੀ ਫਿਰਦੇ ਨੇ। ਪੰਥ ਦਾ ਕਿਸੇ ਨੂੰ ਖਿਆਲ ਨਹੀਂ ਆ। ਸਿੱਖ ਈਸਾਈ ਬਣਦਾ ਬਣ ਜੇ, ਸਿੱਖ ਸਿੱਖੀ ਛੱਡ ਗਿਆ ਛੱਡ ਜੇ। ਕੜਮ ਚੌਧਰੀਆਂ ਨੂੰ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਲੱਗੀ ਹੋਈ, ਗੋਲਕਾਂ ਦੇ ਵਿੱਚੋਂ ਪੈਸਾ ਖਾਣ ਦੀ ਲੱਗੀ ਹੋਈ। ਸੰਪਰਦਾਈ ਲੋਕੀ ਬੰਦੂਕਾਂ ਲੈ ਕੇ ਗੁਰੂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੇ ਲੱਗੇ ਹੋਏ ਨੇ। ਬਸ ਆਹੀ 2 ਕੰਮ ਨੇ। ਚੜੇ ਸਵਾਈ ਦੇ ਦਹੀ, ਭਾਈ ਗੁਰਦਾਸ ਜੀ। ਕਲ ਯੁਗ ਨਾਨਕ ਨਾਮ ਤੇ ਆਇਆ, ਅਗਲੀ ਤੋਕਾ ਕਿ ਥਾਪਿਆ ਲੈਣਾ ਜੀਮ ਦੇ। ਮੈਂ ਸੰਖੇਪ 'ਚ ਜਾ ਰਿਹਾ। ਥਾਪਿਆ ਲੈਣਾ ਜੀਮ ਦੇ, ਗੁਰਿਆਈ ਸ਼ਿਰ ਛਤਰ ਫਰਾਇਆ। ਜਦੋਂ ਇੱਥੇ ਆਏ ਨਾ ਗੁਰੂ ਨਾਨਕ ਸਾਹਿਬ ਕਰਤਾਰਪੁਰੇ, ਤੇ ਇੱਥੇ ਸ਼੍ਰੀ ਲਹਿਣਾ ਜੀ ਬੜੀ ਕਰੜੀ ਘਾਲਣ ਦਏ ਨੇ। ਉਹ ਲਿਖਿਆ ਹੈ ਕਿ ਪਵੇ ਕਬੂਲ ਖਸਮ ਨਹੀਂ, ਖਸਮ ਦੀ ਜਾਂ ਘਾਲ ਮਰਦੀ ਕਾਲੀ। ਇਸ ਧਰਤੀ ਉੱਤੇ ਜਦੋਂ ਆਣ ਕੇ ਸ਼੍ਰੀ ਲਹਿਣਾ ਜੀ ਨੇ ਮੱਥਾ ਟੇਕਿਆ ਪਹਿਲੀ ਵਾਰੀ, ਤੇ ਪੂਰਨ ਪੁਰਖ ਦੇ ਦਰਸ਼ਨ ਹੋ ਗਏ। ਤੇ ਫਿਰ ਜਦੋਂ ਕੋਈ ਜ਼ਿੰਦਗੀ ਵਿੱਚ ਪੂਰਨ ਮਨੁੱਖ ਮਿਲ ਜਾਏ, ਪੂਰਨ ਪੁਰਖ ਮਿਲ ਜਾਏ, ਫਿਰ ਜ਼ਿੰਦਗੀ ਦੀ ਭਟਕਣਾ ਸਾਰੀ ਮੁੱਕ ਜਾਂਦੀ ਹੈ। ਤੇ ਜਿੰਨਾ ਚਿਰ ਪੂਰਨ ਪੁਰਖ ਨਾ ਮਿਲੇ, ਬੰਦਾ ਭਟਕਦਾ ਹੀ ਰਹਿੰਦਾ ਹੈ। ਜਿੱਦਣ ਮੱਥਾ ਟੇਕਿਆ ਬਖਸ਼ਾਂ ਉਸ ਦਿਨ ਹੋ ਗਈਆਂ ਸੀ। ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਹਿਲੋਂ ਰੱਬ ਦੀ ਰਹਿਮਤ ਬਖਸ਼ਿਸ਼ ਹੁੰਦੀ ਆ, ਫਿਰ ਬੰਦਾ ਇਹ ਨਾਮ ਸਿਮਰਨ ਦੀ ਘਾਲਣਾ ਘਾਲਦਾ, ਉੱਦਾਂ ਘਾਲੀ ਜਾਂਦੀ ਬਖਸ਼ਿਸ਼ ਤੋਂ ਬਿਨਾਂ, ਰੱਬ ਦੀ ਤੋਂ ਕਦੀ ਵੀ ਨਹੀਂ। ਜਦੋਂ ਸਖਤ ਘਾਲਣਾ ਘਾਲੀ 7 ਸਾਲ ਲੱਗੇ ਰਹੇ, ਸਮਾਂ ਆ ਗਿਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਸੀ, ਉਹਦਾ ਹੁਣ ਬਾਦਸ਼ਾਹ ਚੁਣਨਾ ਹੈ।
ਅੱਜ ਵੋਟਾਂ ਨਾਲ ਚੁਣਿਆ ਜਾਂਦਾ, ਉਦੋਂ ਗੁਣਾਂ ਦੇ ਆਧਾਰ 'ਤੇ ਚੁਣਿਆ ਜਾਂਦਾ ਸੀ। ਜਿਹਦੀ ਵੱਡੀ ਘਾਲਣਾ ਹੁੰਦੀ ਸੀ ਉਹਨੂੰ ਬਖਸ਼ਿਸ਼ ਹੁੰਦੀਆਂ ਸੀ। ਉਹੀ ਬਖਸ਼ਾਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ 10ਵੇਂ ਪਾਤਸ਼ਾਹ ਨੇ ਗੁਣਾਂ ਦੇ ਆਧਾਰ 'ਤੇ ਦਿੱਤੀਆਂ। ਅਤੇ ਵੋਟਾਂ ਦੇ ਆਧਾਰ 'ਤੇ ਤੁਸੀਂ ਚੋਣ ਕਰੋਗੇ ਗੁਰਦੁਆਰਿਆਂ ਦੀ, ਅਤੇ ਨਲਾਇਕ ਬੰਦੇ ਬਹਿਣਗੇ ਗੁਰਦੁਆਰੇ, ਯੋਗ ਵਿਅਕਤੀ ਕੋਈ ਨਹੀਂ ਬਹੂਗਾ ਗੁਰਦੁਆਰੇ, ਕਿਉਂਕਿ ਯੋਗ ਵਿਅਕਤੀ ਦੀਆਂ ਵੋਟਾਂ ਹੀ ਨਹੀਂ ਆਉਂਦੀਆਂ। ਜਦੋਂ ਗੁਰੂ ਨਾਨਕ ਸਾਹਿਬ ਨੇ ਪਰਖ ਕਰਨੀ ਚਾਹੀ ਤੇ ਲੋਕਾਂ ਨੇ ਇੱਥੇ ਗਲਤ ਸਾਖੀਆਂ ਬਣਾਈਆਂ ਹੋਈਆਂ ਨੇ ਕਿ ਗੁਰੂ ਨਾਨਕ ਸਾਹਿਬ ਨੇ ਇੱਕ ਡੰਡਾ ਫੜ ਲਿਆ, ਕੁੱਤੇ ਲੱਲੇ ਨਾਲ ਇੱਕ ਛੁਰਾ ਰੱਖ ਲਿਆ, ਅਤੇ ਉਹ ਸ਼ਬਦ ਵਿਚਾਰਨ ਕਰਦੇ ਨੇ ਕਿ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ, ਕੂੜ ਛੁਰਾ ਮੁੱਠਾ ਮੁਰਦਾਰ, ਧਾਨਕ ਰੂਪ ਰਹਾਂ ਕਰਤਾਰ। ਧਾਨਕਾਂ ਵਾਲਾ, ਮਰਾਸੀਆਂ ਵਾਲਾ ਰੂਪ ਧਾਰਨ ਕਰ ਲਿਆ, ਧਾਨਕ ਹੁੰਦੇ ਨੇ। ਪਰ ਨਹੀਂ, ਇਸ ਤਰ੍ਹਾਂ ਨਹੀਂ ਪਰਖ ਹੋਈ। ਸਿੱਖਾਂ ਪੁੱਤਰਾਂ ਘੋਖ ਕੇ, ਜਦੋਂ ਸਿੱਖਾਂ ਨੂੰ ਵੀ ਪਰਖਿਆ ਗਿਆ ਵੀ ਇਹ ਜਿਹੜਾ ਮੈਂ ਰਾਜ ਚਲਾਇਆ ਵਾ, ਇਹਨੂੰ ਅੱਗੇ ਇਸ ਤਰ੍ਹਾਂ ਕੌਣ ਚੱਲਦਾ ਰੱਖੇਗਾ। ਤੇ ਜਾਂ ਸਦੋਸ਼, ਉੱਥੇ ਬਾਬਾ ਬੁੱਢਾ ਜੀ ਵੀ ਸਨ, ਉੱਥੇ ਸ੍ਰੀ ਲਹਿਣਾ ਜੀ ਸਨ, ਸ਼੍ਰੀ ਬਾਬਾ ਸ਼੍ਰੀ ਚੰਦ ਜੀ ਵੀ ਸਨ, ਲਖਮੀ ਦਾਸ ਸਨ, ਬੜੇ ਸਨ ਉੱਥੇ। ਪਰ ਜਦੋਂ ਪਰਖ ਕੀਤੀ ਤੇ ਲਹਿਣਾ ਸਭ ਤੋਂ ਉੱਪਰ ਆਇਆ, ਕਿਉਂਕਿ ਬਖਸ਼ਾ ਹੀ ਲਹਿਣੇ ਤੇ ਪਹਿਲੇ ਦਿਨ ਤੋਂ ਬਖਸ਼ਾ ਲਹਿਣੇ ਤੇ ਹੋਈਆਂ ਸਨ, ਤੇ ਲਹਿਣੇ ਨੇ ਅੱਗੇ ਆਉਣਾ ਸੀ। ਥਾਪਿਆ ਲਹਿਣਾ ਜੀਵਦੇ। ਫਿਰ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੇ, ਪੁਰਖਾ ਤਖਤ ਦੇ ਉੱਤੇ ਬੈਠੋ। ਹੁਣ ਗੁਰੂ ਦੇ ਹੁੰਦਿਆਂ ਸਿੱਖ ਤਖਤ 'ਤੇ ਕਿਵੇਂ ਬਹਿ ਸਕਦਾ ਹੈ? ਪਰ ਹੁਕਮ ਮੰਨਦਿਆਂ ਹੋਇਆਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਅੱਜ ਦੇ ਦਿਨ ਤਖਤ ਉੱਤੇ ਬੈਠੇ ਤੇ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕ ਦਿੱਤਾ, ਆਪਣੀ ਜੋਤ ਨੂੰ ਲਹਿਣੇ ਵਿੱਚ ਟਿਕਾ ਦਿੱਤਾ। ਥਾਪਿਆ ਲਹਿਣਾ ਜੀਵਦੇ, ਗੁਰਿਆਈ ਸ਼ਿਰ ਛਤਰ ਫਰਾਇਆ, ਜੋਤੀ ਜੋਤ ਮਲਾਇਕੇ ਨਾਨਕ ਰੂਪ ਵਟਾਇਆ। ਗੁਰੂ ਨਾਨਕ ਰੂਪ ਵਟਾਇਆ। ਉਹ ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਸੀ, ਉਹ ਜਦੋਂ ਜੋਤ ਲਹਿਣੇ ਵਿੱਚ ਗਈ ਤੇ ਕਹਿ ਦਿੱਤਾ ਇਹ ਮੇਰਾ ਅੰਗ ਵਾ, ਇਹਨੂੰ ਅੰਗਦ ਦੇਵ ਜੀ ਕਹਿਣਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਤਾ ਤੇ ਸਿੱਖ ਸੰਗਤਾਂ ਨੂੰ ਵੀ ਆਖਿਆ ਮੱਥਾ ਟੇਕੋ, ਤੇ ਕੁਝ ਘਰ ਦੇ ਮੈਂਬਰ ਜਿਹੜੇ ਸੀ ਉਹ ਮੱਥਾ ਟੇਕਣ ਤੋਂ ਮੁਨਕਰ ਹੋ ਗਏ। ਗੋਂਦਵਾਲ ਸਾਹਿਬ ਵੀ ਮੱਥਾ ਟੇਕਣ ਤੋਂ ਮੁਨਕਰ ਹੋ ਗਏ ਸੀ। ਤੇ ਗੁਰੂ ਅਮਰਦਾਸ ਨੇ ਆਖਿਆ ਨਾ ਨਾ, ਕੋਈ ਕਰ ਬਖੀਲੀ ਨਿਵੇਂ ਨਾਈ, ਫਿਰ ਸਤਿਗੁਰ ਆਣ ਨਵਾਇਆ। ਕਹਿਣ ਲੱਗੇ ਤੁਸੀਂ ਝਗੜਾ ਕਰਦੇ ਹੋ, ਈਰਖਾ ਕਰਦੇ ਹੋ, ਇਹਦੇ ਅੱਗੇ ਨਿਭਣਾ ਪੈਣਾ ਹੈ। ਗੁਰ ਕਰ ਬਖੀਲੀ ਨਿਵੇਂ ਨਹੀਂ, ਫਿਰ ਸਤਿਗੁਰ ਆਣ ਨਵਾਇਆ। ਜਿੱਥੇ ਗੁਰ ਆਪ ਰੱਖਿਆ, ਸਭ ਪਵੇ ਪੈਰੀ ਸਤਿਗੁਰ ਕੇਰੀ, ਜਿੱਥੇ ਗੁਰ ਆਪ ਰੱਖਿਆ। ਤੇ ਜਦੋਂ ਇਸ ਤਰ੍ਹਾਂ ਹੋਇਆ ਤੇ ਸਤਾ ਬਲਵੰਡ ਜੀ ਲਿਖਦੇ ਨੇ, ਹੋਰਿਓ ਗੰਗ ਵਿਹਾਈਉਨ ਦੁਨਿਆਈ ਆਖੇ ਕੇ ਕਿਉਂ। ਲੋਕਾਂ ਨੇ ਆਖਿਆ ਬਾਬਾ ਇਹ ਕੀ ਕੀਤਾ ਜੀ? ਚੇਲੇ ਮੱਥਾ ਟੇਕਦੇ ਹੁੰਦੇ ਸਨ, ਗੁਰੂ ਨਹੀਂ ਟੇਕਦੇ ਹੁੰਦੇ ਸਨ, ਤੁਸੀਂ ਅੱਜ ਚੇਲੇ ਨੂੰ ਮੱਥਾ ਟੇਕ ਛੱਡਿਆ। ਹੋਰੋਂ ਗੰਗ ਵਿਹਾਈਉਨ ਦੁਨਿਆਈ ਆਖੇ ਕੇ ਕਿਉਂ। ਨਾਨਕ ਈਸਰ ਜਗਨਾਥ, ਮਹਾਂਪੁਰਖਾਂ ਦੇ ਬਚਨਾਂ ਨੂੰ ਕੋਈ ਜਾਣ ਸਕਦਾ ਹੈ? ਮਹਾਂਪੁਰਖਾਂ ਦੇ ਕੌਤਕਾਂ ਨੂੰ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਤੇ ਗੱਦੀ 'ਤੇ ਬਿਠਾਉਣ ਤੋਂ, ਤਿਲਕ ਲਾਉਣ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਰਸਮ ਅਦਾ ਕੀਤੀ ਤੇ ਪਹਿਲਾ ਬਚਨ ਕੀਤਾ, ਪੁਰਖਾ ਤੁਸੀਂ ਇੱਥੋਂ ਹੁਣ ਚੱਲ ਜਾਓ, ਖਡੂਰ ਸਾਹਿਬ ਜਾਓ। ਤੇ ਫੇਰ ਵਸਾਇਆ, ਫੇਰ ਆਣ ਸਤਿਗੁਰ ਖਡੂਰ, ਦਿੱਤਾ ਛੋੜ ਕਰਤਾਰਪੁਰ। ਗੁਰੂ ਕਿਸੇ ਜਗ੍ਹਾ ਦਾ ਮੁਹਤਾਜ ਨਹੀਂ ਹੈ, ਗੁਰੂ ਕਿਸੇ ਜਗ੍ਹਾ ਦਾ ਗੁਲਾਮ ਨਹੀਂ ਹੈ। ਜਗ੍ਹਾ ਹੀ ਤੇ ਝਗੜਾ ਪੈਦਾ ਕਰਦੀ। ਅੱਜ ਸਾਡੇ ਕੌਮ 'ਚ ਜੇ ਇੰਨੇ ਝਗੜੇ ਨੇ ਤੇ ਗੋਲਕ ਕਰਕੇ ਝਗੜੇ ਨੇ, ਅਸਥਾਨਾਂ ਕਰਕੇ ਝਗੜੇ ਨੇ। ਨਾ ਗੋਲਕ ਹੁੰਦੀ, ਨਾ ਕੋਈ ਸਥਾਨ ਹੁੰਦਾ, ਤੇ ਨਾ ਸਿੱਖ ਕੌਮ ਲੜ ਲੜ ਕੇ ਮਰਦੀ ਆਪਸ ਵਿੱਚ। ਜਗ੍ਹਾ ਦੇ ਝਗੜੇ ਨੇ। ਇਨ ਜਰ ਕਾਰਨ ਘਣੀ ਖਵਾਈ, ਇਨ ਜਨ ਹਾਂਜੀ ਪਾਪਾਂ ਬਾਝੋਂ ਹੋਏ ਨਹੀਂ।
ਮੋਇਆ ਸਾਥ ਨਾ ਜਾਏ। ਕਹਿਣ ਲੱਗੇ ਪੁਰਖਾ ਤੁਸੀਂ ਇੱਥੋਂ ਹੁਣ ਤੁਰ ਜਾਓ ਅਤੇ ਖਡੂਰ ਸਾਹਿਬ ਜਾ ਕੇ ਇਹ ਨਾਮ ਦੀ ਜੋਤ ਜਗਾਓ। ਦਿੱਤਾ ਛੋੜ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ। ਅਤੇ ਗੁਰੂ ਨਾਨਕ ਸਾਹਿਬ ਨੇ ਉਹ ਪੋਥੀਆਂ ਦੇ ਦਿੱਤੀਆਂ ਬਾਣੀ ਵਾਲੀਆਂ, ਜਿਹੜੀ ਵੱਡੀ ਮਿਹਨਤ ਨਾਲ ਲਿਖੀਆਂ ਸਨ ਗੁਰੂ ਨਾਨਕ ਸਾਹਿਬ ਨੇ। ਅਤੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਬਖਸ਼ਾਂ ਲੈ ਕੇ ਗੁਰੂ ਅੰਗਦ ਸੱਚੇ ਪਾਤਸ਼ਾਹ ਤੁਰ ਪਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ। ਅਤੇ ਤੁਰੇ ਆਉਂਦੇ ਨੇ ਅਤੇ ਗੁਰੂ ਅੰਗਦ ਸਾਹਿਬ ਦੇ ਕੋਲ ਕਿਹੜੀਆਂ ਕਿਹੜੀਆਂ ਬਖਸ਼ਾਂ ਨੇ। ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਜਪ ਤਪ। ਕਹਿੰਦੇ ਸਿੱਖੀ ਵਿੱਚ ਕੋਈ ਜਪ ਤਪ ਹੁੰਦਾ ਹੀ ਨਹੀਂ ਹੈ। ਜਿਹੜੇ ਜਪ ਤਪ ਗੁਰੂਆਂ ਨੇ ਕੀਤੇ ਹੋਣ ਅਤੇ ਅੱਜ ਦੇ ਜਣਾ ਖਣਾ ਸਟੇਜਾਂ ਉੱਤੇ ਬੈਠ ਕੇ ਕੁੱਕੜ ਖਾਣੇ, ਮੁਰਗੀਆਂ ਖਾਣੇ, ਕਥਾਵਾਚਕ, ਇਹ ਕਹਿਣ ਕੋਈ ਜਪ ਤਪ ਹੁੰਦਾ ਹੀ ਨਹੀਂ ਹੈ, ਕਿਵੇਂ ਮੰਨਿਆ ਜਾ ਸਕਦਾ? ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ। ਤੇ ਵਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ। ਉਹ ਨੂਰ ਜਿਹੜਾ ਗੁਰੂ ਨਾਨਕ ਦੇ ਮੱਥੇ 'ਤੇ ਸੀ, ਉਹ ਜਦੋਂ ਗੁਰਤਾ ਗੱਦੀ ਬਖਸ਼ਿਸ਼ ਹੋਈ, ਉਹ ਨੂਰ ਲਹਿਣੇ ਦੇ ਮੱਥੇ 'ਤੇ ਚਮਕ ਗਿਆ। ਖਡੂਰ ਸਾਹਿਬ ਪਹੁੰਚਦੇ ਨੇ, ਕਹਾਣੀ ਲੰਮੀ ਹੋ ਜਾਂਦੀ। ਫਿਰ ਇੱਥੇ ਫਿਰ ਆਣ ਕੇ ਗੁਰੂ ਅੰਗਦ ਸਾਹਿਬ ਥੋੜ੍ਹਾ ਸਮਾਂ ਇਕਾਂਤਵਾਸ ਕਰਦੇ ਨੇ। ਫਿਰ ਬਾਬਾ ਬੁੱਢਾ ਜੀ ਜਾ ਕੇ ਲੱਭਦੇ ਨੇ, ਅਤੇ ਜਦੋਂ ਗੁਰੂ ਤੇਗ ਬਹਾਦਰ ਵਾਂਗ ਸੱਚੇ ਪਾਤਸ਼ਾਹ ਵਾਂਗ ਗੁਰੂ ਅੰਗਦ ਸਾਹਿਬ ਪ੍ਰਗਟ ਹੋ ਜਾਂਦੇ ਨੇ, ਅਤੇ ਬਾਬਾ ਬੁੱਢਾ ਜੀ ਕਹਿੰਦੇ ਕੋਈ ਉਪਦੇਸ਼ ਦਿਓ ਜੇ, ਸੰਗਤਾਂ ਆਈਆਂ ਨੇ। ਅਤੇ ਕਹਿਣ ਲੱਗੇ ਗੁਰੂ ਅੰਗਦ ਸਾਹਿਬ ਤੁਸਾਂ ਸਾਰਿਆਂ ਨੇ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਜੇ? ਹਾਂ ਮਹਾਰਾਜ ਅਸੀਂ ਕੀਤੇ ਦਰਸ਼ਨ ਉਹਨਾਂ ਦੇ। ਅਤੇ ਕਹਿਣ ਲੱਗੇ ਜਿਹਨੇ ਗੁਰੂ ਨਾਨਕ ਸਾਹਿਬ ਜਿਨ ਗੁਰੂ ਨਾਨਕ ਸੁਣਿਆ ਪੇਖਿਆ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੇਖ ਲਿਆ ਹੋਵੇ ਅਤੇ ਸੁਣ ਲਿਆ ਹੋਵੇ, ਉਹਨੂੰ ਕੋਈ ਹੋਰ ਕਿਸੇ ਦੀ ਲੋੜ ਜੇ? ਦੀਖਿਆ ਆਖ ਬਜਾਇਆ, ਤੁਹਾਨੂੰ ਦੀਖਿਆ ਦਿੱਤੀ ਨਹੀਂ ਗੁਰੂ ਨਾਨਕ ਸਾਹਿਬ ਨੇ, ਦਿੱਤੀ ਹੋਈ ਹੈ। ਦਰਸ਼ਨ ਕੀਤੇ ਨਹੀਂ ਤੁਸਾਂ, ਹੈ ਕੀਤੇ ਹੋਏ ਨੇ। ਅਤੇ ਦੀਖਿਆ ਆਖ ਬਜਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀਏ, ਤੁਹਾਨੂੰ ਕੀ ਲੋੜ ਪੈ ਗਈ ਉਪਦੇਸ਼ ਦੇਣ ਦੀ? ਅੱਜ ਸਿੱਖ ਨੂੰ ਕਹਿਣਾ ਪਵੇ ਤੁਸੀਂ ਬਾਣੀ ਪੜ੍ਹੋ, ਅੱਜ ਸਿੱਖ ਨੂੰ ਕਹਿਣਾ ਪਵੇ ਤੁਸੀਂ ਅੰਮ੍ਰਿਤ ਛਕੋ, ਅੱਜ ਸਿੱਖ ਨੂੰ ਹੀ ਕਹਿਣਾ ਪੈ ਜੇ ਕਿ ਸਿੱਖੀ ਰੱਖੋ। ਇੱਕ ਕੈਸੀ ਬਾਤ ਬਣੀ ਹੋਈ ਹੈ। ਕਹਿਣ ਲੱਗੇ ਤਿੰਨ ਕੋ ਕਿਆ ਉਪਦੇਸ਼ੀਏ, ਸਿੱਖਾਂ ਨੂੰ ਕੀ ਉਪਦੇਸ਼ ਲੋੜ? ਸਿੱਖ ਨੂੰ ਤਾਂ ਆਪ ਹੀ ਸਾਵਧਾਨ ਹੋਣਾ ਚਾਹੀਦਾ। ਅਤੇ ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰੂ ਨਾਨਕ ਦੇਓ। ਬਾਬਾ ਬੁੱਢਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਅੰਦਰ ਕਿਉਂ ਛਿਪਦੇ ਜੇ, ਤੁਸੀਂ ਬਾਹਰ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਓ, ਸੰਗਤਾਂ ਨੂੰ ਉਤਾਰੋ। ਅਤੇ ਅਗਲਾ ਬਚਨ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਕਿ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ। ਕਹਿਣ ਲੱਗੇ ਜਿਸ ਗੁਰੂ ਨਾਨਕ ਦੇ ਨਾਲ ਸਾਡਾ ਇੰਨਾ ਪਿਆਰ ਸੀ, ਇੰਨੀਆਂ ਰਹਿਮਤਾਂ ਬਖਸ਼ੀਆਂ ਹੋਈਆਂ, ਉਹਦੇ ਜਾਣ ਤੋਂ ਪਹਿਲਾਂ ਅਸੀਂ ਤੁਰ ਜਾਂਦੇ। ਪਿਆਰੇ ਤੋਂ ਬਿਨਾਂ ਦਿਲ ਨਹੀਂ ਲੱਗਣ ਦਿਆ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਸਾਡਾ ਚਿੱਤ ਨਹੀਂ ਲੱਗਣ ਦਿਆ ਉਹਦੇ ਪਿਆਰੇ ਤੋਂ ਬਿਨਾਂ। ਪਿਆਰਾ ਤੁਰ ਗਿਆ ਧਰਤੀ ਤੋਂ। ਫਿਰ ਸਮਾਂ ਆਇਆ, ਗੁਰੂ ਅੰਗਦ ਸਾਹਿਬ ਨੇ ਸੰਗਤਾਂ ਨੂੰ ਦਰਸ਼ਨ ਦਿੱਤੇ। ਭਾਈ ਬੱਲੂ ਨੂੰ ਕੋਲ ਸੱਦ ਕੇ ਲਿਖਾਰੀ ਬਣਾਇਆ ਅਤੇ ਗੁਰਬਾਣੀ ਬੱਲੂ ਪਾਂਧਾ ਜਾਣੀਏ ਗੁਰਬਾਣੀ ਲਿਖਾਏ ਗਾਏ ਲਖੇਰੀ। ਉਹ ਬਖਸ਼ਾਂ ਜਿਹੜੀਆਂ ਪੋਥੀ ਲੈ ਕੇ ਆਏ ਸੀ ਗੁਰੂ ਨਾਨਕ ਸਾਹਿਬ ਦੇ ਕੋਲੋਂ। ਫਿਰ ਗੁਰੂ ਅੰਗਦ ਸਾਹਿਬ ਨੇ ਉਹ ਬੱਚਿਆਂ ਨੂੰ ਗੁਰਮੁਖੀ ਸਿਖਾਈ, ਜਪਜੀ ਸਾਹਿਬ ਦਾ ਪਾਠ ਸਿਖਾਉਣਾ, ਗੁਰਬਾਣੀ ਪੜ੍ਹਾਉਣੀ। ਬੜੀ ਲੰਮੀ ਕਹਾਣੀ ਆ,
ਸੱਚੇ ਪਾਤਸ਼ਾਹ ਰਹਿਮਤਾਂ ਬਖਸ਼ਾਂ ਕਰਨ।